ਇੱਥੇ ਦੋ ਕੁ ਬੰਦਿਆਂ ਦਾ ਜ਼ਿਕਰ ਆਉਂਦਾ ਵੀ ਜੀ ਉਹਨਾਂ ਨੇ 26 ਤਰੀਕ ਨੂੰ ਆਹ ਕਰਤਾ ਉਹ ਕਰਤਾ। ਜਜ਼ਬਾਤੀ ਹੋਏ ਸਿੰਘ ਬਹੁਤ ਕੁਝ ਕਰ ਦਿੰਦੇ ਨੇ। ਜੇ ਉਹਨਾਂ ਨੇ ਨਿਸ਼ਾਨ ਸਾਹਿਬ ਉੱਥੇ ਚਲਾ ਹੀ ਦਿੱਤਾ ਤੇ ਲਾਲ ਕਿਲੇ ਤੇ ਕਬਜ਼ਾ ਨਹੀਂ ਕਰ ਲਿਆ। ਤੇ ਜਿਸ ਤਿਰੰਗੇ ਦੇ ਕਰਕੇ ਕਹਿੰਦੇ ਨੇ ਤਿਰੰਗੇ ਦਾ ਬੜਾ ਵੱਡਾ ਮਾਣ ਸਤਿਕਾਰ ਹੈ ਜੀ, ਉਹਨੂੰ ਠੇਸ ਲੱਗ ਗਈ। ਤਿਰੰਗਾ ਕਿਸੇ ਨੇ ਲਾਹ ਕੇ ਪੈਰਾਂ 'ਚ ਨਹੀਂ ਸੁੱਟਿਆ, ਜਿੱਥੇ ਝੁੱਲਦਾ ਸੀ ਉੱਥੇ ਹੀ ਝੁੱਲਦਾ ਰਿਹਾ। ਉਹਦੇ ਨਾਲ ਖਾਲੀ ਪਏ ਪੋਲ ਤੇ ਜੇ ਕਿਸੇ ਨੇ ਲਾ ਦਿੱਤਾ ਆਪਣੇ ਧਰਮ ਦਾ ਚਿੰਨ੍ਹ ਤੇ ਉਹ ਤੇ ਕਿੱਡੀ ਵੱਡੀ ਗਲਤੀ ਹੋ ਗਈ। ਜਿਹਨੂੰ ਏਡੀ ਵੱਡੀ ਬਣਾ ਕੇ ਸਾਡੀ ਕੌਮ ਦੇ ਨੌਜਵਾਨਾਂ ਨੂੰ ਫੜੋ ਫੜੀ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ। ਕਈ ਲਾਪਤਾ ਨੇ, ਕਈ ਨਜ਼ਰਬੰਦ ਨੇ। ਤੇ ਮੈਂ ਤੇ ਕਈ ਵਾਰੀ ਆਖਦਾ ਵੀ ਜੇ ਇਸ ਕੇਸਰੀ ਨਿਸ਼ਾਨ ਦੀ ਬਜਾਏ ਜਿਹੜਾ ਝੰਡਾ ਬਾਬਰੀ ਮਸਜਿਦ ਤੇ ਝੁਲਿਆ ਸੀ ਨਾ, ਜੇ ਉਹ ਝੁਲਿਆ ਹੁੰਦਾ ਤੇ ਉਹਨਾਂ ਨੂੰ ਐਮਪੀ ਬਣਾ ਦੇਣਾ ਸੀ। 11 ਮੀਟਿੰਗਾਂ ਹੋ ਗਈਆਂ, 9-9 ਘੰਟੇ ਮੀਟਿੰਗਾਂ ਚੱਲੀਆਂ। ਕਿਹੜੀ ਗੱਲ ਹੈ ਜਿਹੜੀ ਕੇਂਦਰ ਸਰਕਾਰ ਦੇ ਸਮਝ ਵਿੱਚ ਨਹੀਂ ਆਈ? ਹਰ ਇੱਕ ਚੀਜ਼ ਸਮਝਾ ਦਿੱਤੀ ਗਈ ਹੈ, ਪਰੰਤੂ ਗੱਲ ਇੱਕੋ ਹੀ ਹੈ ਕਿ ਮੋਹਰੇ ਪੰਜਾਬ ਲੱਗਾ ਆ, ਪੰਜਾਬ ਨੂੰ ਜਿੱਤਣ ਨਹੀਂ ਦੇਣਾ। ਔਰ ਬਾਹਰ ਬੈਠੇ ਬੱਚਿਆਂ ਨੇ ਵੀ ਆਪਣਾ ਪੂਰਾ ਫਰਜ਼ ਅਦਾ ਕੀਤਾ। ਦੁਨੀਆ ਦੇ ਹਰ ਮੁਲਕ ਵਿੱਚ ਬੈਠੇ ਪੰਜਾਬ ਦੇ ਨੌਜਵਾਨਾਂ ਨੇ ਉੱਥੋਂ ਦੀਆਂ ਬਹਿਸੀਆਂ ਦੇ ਅੱਗੇ ਇਹਨਾਂ ਦਾ ਪਿੱਟ ਸਿਆਪਾ ਕੀਤਾ। ਕਿਸਾਨੀ ਨਾਲ ਪ੍ਰੇਮ ਕਰਨ ਵਾਲਾ ਇਨਸਾਫ ਪਸੰਦ ਵਿਅਕਤੀ ਹਰ ਤਰੀਕੇ ਨਾਲ ਆਪਣੀ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਉਣ ਲੱਗਾ। ਔਰ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ, ਰੇਲਾਂ ਦੀਆਂ ਪਟੜੀਆਂ ਤੋਂ ਹੁੰਦਾ ਹੋਇਆ ਸ਼ੰਭੂ ਬਾਰਡਰ ਕ੍ਰਾਸ ਕਰਕੇ ਉਹ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੇ ਜਾ ਪੁੱਜਾ। ਬੜਾ ਯਤਨ ਹੋਇਆ ਇਸ ਸੰਘਰਸ਼ ਨੂੰ ਫੇਲ ਕਰਨ ਦੇ ਲਈ। ਕਦੀ ਸੰਘਰਸ਼ ਦੇ ਹਮਾਇਤੀਆਂ ਦੇ ਉੱਤੇ ਵਿਜੀਲੈਂਸ ਦੇ ਛਾਪੇ, ਕਦੀ NIA ਦੇ ਨੋਟਿਸ, ਤੇ ਕਦੀ ਆਪਾਂ ਸਾਰਾ ਕੁਝ ਦੇਖਿਆ, ਪਾਣੀ ਦੀਆਂ ਵਿਛਾੜਾਂ, ਤੇ ਕਦੀ ਪੁਲਿਸ ਦੇ ਡੰਡੇ, ਕਦੀ ਰਾਤ ਨੂੰ ਵਿੱਚ ਬੰਦੇ ਬਾੜ ਕੇ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ, ਤੇ ਕਦੀ ਸੜਕਾਂ ਵਿੱਚ ਟੋਏ ਪੁੱਟ ਦੇਣੇ, ਸੜਕਾਂ ਵਿੱਚ ਕਿੱਲ ਗੱਡ ਦੇਣੇ। ਇਹ ਸਾਰਾ ਕੁਝ ਜਦੋਂ ਕਾਮਯਾਬ ਨਾ ਹੋ ਸਕਿਆ, ਸਾਰੀ ਦੁਨੀਆ ਦੀ ਨਿਗਾਹ ਇਸ ਸੰਘਰਸ਼ ਤੇ ਟਿਕੀ ਹੋਈ ਸੀ। ਔਰ ਮੈਂ ਕਈ ਵਾਰੀ ਇਹ ਗੱਲ ਆਖਦਾ ਵੀ ਲੋਕ ਕਹਿੰਦੇ ਨੇ ਪੰਜਾਬ ਖਾਲੀ ਹੋ ਗਿਆ, ਨੌਜਵਾਨ ਬਾਹਰ ਨੂੰ ਜਾ ਰਹੇ ਨੇ। ਮੈਂ ਇਹ ਮਹਿਸੂਸ ਕਰਦਾ ਕਿ ਕਿਰਤ ਦੀ ਭਾਲ ਵਿੱਚ ਕਿਤੇ ਵੀ ਜਾਣਾ ਕੋਈ ਮਾੜੀ ਗੱਲ ਨਹੀਂ। ਜੇ ਸਾਡੀਆਂ ਸਰਕਾਰਾਂ ਰੁਜ਼ਗਾਰ ਦਿੰਦੀਆਂ ਹੋਣ ਤੇ ਬੱਚੇ ਫਿਰ ਬਾਹਰ ਜਾ ਕੇ ਕਿਉਂ ਦੂਜਿਆਂ ਦੇ ਜਾ ਕੇ ਉਹਨਾਂ ਦੇ ਕਾਮੇ ਬਣ ਕੰਮ ਕਰਨ। ਔਰ ਬਾਹਰ ਬੈਠੇ ਬੱਚਿਆਂ ਨੇ ਵੀ ਆਪਣਾ ਪੂਰਾ ਫਰਜ਼ ਅਦਾ ਕੀਤਾ। ਦੁਨੀਆ ਦੇ ਹਰ ਮੁਲਕ ਵਿੱਚ ਬੈਠੇ ਪੰਜਾਬ ਦੇ ਨੌਜਵਾਨਾਂ ਨੇ ਉੱਥੋਂ ਦੀਆਂ ਬਹਿਸੀਆਂ ਦੇ ਅੱਗੇ ਇਹਨਾਂ ਦਾ ਪਿੱਟ ਸਿਆਪਾ ਕੀਤਾ। ਮਨੁੱਖੀ ਅਧਿਕਾਰ ਸੰਗਠਨਾਂ ਦੇ ਕੋਲ ਪੰਜਾਬ ਦੇ ਦਰਦ ਨੂੰ ਪਹੁੰਚਾਇਆ। ਜਿਹੜਾ ਨਹੀਂ ਪੁੱਜ ਸਕਦਾ ਸੀ ਸਾਡੇ ਕੋਲੋਂ, ਉਹਨਾਂ ਨੇ ਉਹ ਕੰਮ ਕੀਤਾ। ਵਿਦੇਸ਼ ਵਿੱਚ ਬੈਠਿਆਂ ਨੇ ਇਸ ਮਸਲੇ ਨੂੰ ਅੰਤਰਰਾਸ਼ਟਰੀ ਮਸਲਾ ਬਣਾ ਦਿੱਤਾ। ਤੇ ਅੰਤਰਰਾਸ਼ਟਰੀ ਮਸਲੇ ਦੇ ਵਿੱਚ ਜਦੋਂ ਅੰਤਰਰਾਸ਼ਟਰੀ ਮਸਲਾ ਬਣ ਜਾਂਦਾ ਹੈ, ਗੱਲ ਵੱਡੀ ਹੁੰਦੀ ਹੈ। ਵੱਡੇ ਲੰਬੇ ਸੰਘਰਸ਼ਾਂ ਵਿੱਚ ਗਲਤੀਆਂ ਵੀ ਹੁੰਦੀਆਂ। ਲੰਬੇ ਸੰਘਰਸ਼ ਬਹੁਤੇ ਜਥੇਬੰਦ ਨਹੀਂ ਹੁੰਦੇ। ਲੰਬੇ ਸੰਘਰਸ਼ ਜਿੱਥੇ ਲੀਡਰਸ਼ਿਪ ਬਹੁਤੇ ਹੱਥਾਂ ਵਿੱਚ ਹੋਵੇ, ਉਹਨੂੰ ਇੱਕ ਰਿਦਮ ਦੇਣਾ ਵੀ ਮੁਸ਼ਕਲ ਹੋ ਜਾਂਦਾ। ਪਰ ਨਿਸ਼ਾਨਾ ਸਭ ਦਾ ਇੱਕ ਸੀ ਕਿ ਅਸੀਂ ਮੋਦੀ ਦੀ ਧੌਣ ਵਿੱਚੋਂ ਹੈਂਕੜ ਦਾ ਕੀਲਾ ਕੱਢਣਾ ਤੇ ਇਹਨੂੰ ਅਹਿਸਾਸ ਕਰਾਉਣਾ ਕਿ ਤੇਰਾ ਰਸਤਾ ਰੋਕਣ ਦੀ ਹਿੰਮਤ ਅਸੀਂ ਰੱਖਦੇ ਹਾਂ। ਜਿਵੇਂ ਦੱਸਿਆ ਗਿਆ ਤੁਹਾਨੂੰ, ਜਦੋਂ ਪੰਜਾਬ ਤੋਂ ਇਹ ਆਵਾਜ਼ ਬੁਲੰਦ ਹੋਈ, ਹੌਲੀ ਹੌਲੀ ਕਾਫਲਾ ਵੱਧਦਾ ਗਿਆ ਤੇ ਇਹ ਮਸਲਾ ਕੇਵਲ ਪੰਜਾਬੀਆਂ ਦਾ ਨਾ ਰਹਿ ਕੇ ਹਿੰਦੁਸਤਾਨੀਆਂ ਦਾ ਬਣ ਗਿਆ। ਹਰ ਇਨਸਾਫ ਪਸੰਦ ਬੰਦੇ ਦਾ ਬਣ ਗਿਆ। ਤੇ ਜ਼ੁਲਮ ਦਿਨੋਂ ਦਿਨ ਹੋਰ ਵਧਣੇ ਸ਼ੁਰੂ ਹੋ ਗਏ। ਸਰਕਾਰਾਂ ਕੋਲ ਬੜੇ ਹੱਥ ਕੰਡੇ ਹੁੰਦੇ ਨੇ। ਜੇ ਕੋਈ ਪੱਤਰਕਾਰ ਕੋਈ ਸੱਚ ਦੀ ਗੱਲ ਲਿਖਦਾ, ਉਹਦੇ ਉੱਤੇ ਛਾਪੇ ਪੈਣੇ ਸ਼ੁਰੂ ਹੋ ਗਏ। ਜੇ ਕਿਸੇ ਨੇ ਰਾਸ਼ਨ ਦਾ ਟਰੱਕ ਭੇਜ ਦਿੱਤਾ, ਉਹਦੇ ਉੱਤੇ ਛਾਪੇ ਪੈਣੇ ਸ਼ੁਰੂ ਹੋ ਗਏ। ਤੇ ਜੇ ਕਿਸੇ ਨੇ ਜਾ ਕੇ 4 ਬੰਦੇ ਨਾਲ ਲਿਜਾ ਕੇ ਸੰਘਰਸ਼ ਵਿੱਚ ਸ਼ਮੂਲੀਅਤ ਕਰ ਲਈ, ਉਹਦੇ ਉੱਤੇ ਛਾਪੇ ਵੱਜਣੇ ਸ਼ੁਰੂ ਹੋ ਗਏ। ਇਹ ਸਭ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦੀ ਕੜੀ ਸੀ। ਪਹਿਲਾਂ ਵੀ ਇਹ ਹੁੰਦਾ ਰਿਹਾ, ਹੁਣ ਵੀ ਹੁੰਦਾ ਹੈ, ਅਗਾਂਹ ਨੂੰ ਵੀ ਹੋਏਗਾ।
पर मैनू एक गल का कई वारी गिला रहा है, इस गल का बड़ा मन दुखी होंदा है। संघर्ष मोदी नाल लड़िया जा रहा है, आपस में किसी किस्म का भी तकरार नहीं होना चाहिए। जे आपां कामयाबी चाहुंदे हां तां किसी किस्म का भी, किसी किस्म की भी कोई ऐसी खबर नहीं आनी चाहिए बाहर के असीं एक नहीं। ते लीडरशिप जिहड़ी किसान लीडरशिप अपने आप नूं खवाउंदी है, वड्डी लीडरशिप है, जिन्हां ने संघर्ष नूं उत्थे तक पहुँचाया, उन्हां नूं भी ये समझ लेना चाहिए कि ये मसला केवल किसानी तक नहीं रह गया। इस मसले ने जिहड़ी करवट लई है, इस मसले ने जो नौजवानी नूं सुचेत किया, अपना हक्कां प्रति उन्होंने आवाज़ बुलंद की है, इस संघर्ष दे विचों नवीं लीडरशिप पैदा होनी है। जिहड़ी रवायती लीडरशिप है, परिवारां दे कब्जिਆਂ वाली लीडरशिप, उहदा खात्मा हो जाना। साल भावें 5 लगन, 10 लगन, 15 लगन, 20 लग जाण, ये शुरुआत है। तो जदों नवे लोग उठते हैं, नवीं साबबंदी होंदी है, गलतियां हो सकदियां ने बच्चों कोलों, ते परंतु अपने बच्चों नूं अपने बच्चे समझ के जिथे किसानी बचाउणी है उत्थे जवानी का भी ध्यान रखना पेगा। इदां नहीं होएगा कि तुहाडे सद्दे ते कोई दिल्ली जावे, जे वो अपनी कोई किसी तरह की कोई ऐसी घटना दे विच इनवॉल्व हो जाए, कोई पुलिस उहनूं फड़ के लै जाए, कोई उहदे ते परचा हो जाए, उहनूं जेल विच नज़रबंद कर दे, फर्ज उत्थे भी किसान लीडरशिप का ही है। ਉਹਦਾ ਪਿੱਛਾ करना, ਉਹਦੇ तक पहुँच करनी, ਉਹਨੂੰ कानूनी सहायता देनी, ਉਹਨੂੰ बाहर ਕੱਢਣਾ, ਤੇ नहीं तो ਜ਼ਾਲਮ सरकार का मूँह पै जाता। फिर जो कुछ पंजाब ਵਿੱਚ ਅੱਗੇ ਵਾਪਰਿਆ ਉਹ ਆਪਾਂ ਵੇਖਦੇ ਰਹੇ। हालात ਹੁਣ भी इदां ਦੇ ਬਣਾਉਣ ਦੀ कोशिश की जा रही है कि ਜਿਹੜੀ जवानी ने मत्थे ते मुड़का लिया दिता, उस जवानी नूं भै भीत करके घरां ਵਿੱਚ ਬਿਠਾ ਲਿਆ ਜਾਵੇ ਤਾਂ कि इस अंदोलन की लामबंदी खत्म हो जाए। और उस जवानी नूं बचाउण दे लई भी बहुत वड्डी संजीदगी दे नाल उपराले करने पैणगे। ते इत्थे 2 बंदियां दा जिक्र आउंदा भी जी उन्होंने 26 तरीक नूं आह करता, ओह करता। जज्बाती होए सिंह बहुत कुछ कर दिंदे ने। जे उन्होंने निशान साहब उत्थे चला ही दिता तो लाल किले ते कब्जा नहीं कर लिया। इस गल का भी एहसास करना चाहिए। तो जिस तिरंगे दे करके कहते ने तिरंगे का बड़ा बड़ा मान सत्कार है जी, उन्होंने ठेस लग गई, तिरंगा किसी ने ला के पैरों च नहीं सुटिया, जिथे झुलदा सी उत्थे ही झुलदा रहा, उहदे नाल खाली पे पोल ते जे किसी ने ला दिता अपने धर्म का चिन्ह, तो वो किड्डी वड्डी गलती हो गई। जिन्हों एडी वड्डी बना के साडी कौम के नौजवानों नूं फड़ो फड़ी करके जेलों में डकिया जा रहा, कई लापता ने, कई नज़रबंद ने। तो मैं तो कई बारी आखदा भी जे इस केसरी निशान की बजाय जिहड़ा झंडा बाबरी मस्जिद ते झुलिया सी ना, जे वो झुलिया हुंदा ते उन्हां नूं MP बना देना सी। असीं घट गिणती विच, घट गिणती लोकां नूं बहुत तरतीब नाल तुरना पैंदा। घट गिणतियां दा कोई हक नहीं हुंदा। ते देखदे ही आपां किवें हक मारे जा रहे हैं। 11 मीटिंगां हो गईयां, 9-9 घंटे मीटिंगां चलियां। किहड़ी गल है जिहड़ी केंद्र सरकार दे समझ विच नहीं आई? हर एक चीज़ समझा दी गई है, परंतु गल एको ही है कि मोहरे पंजाब लगाया, पंजाब नूं जितण नहीं देना। ते ये सारियां कोशिशां हुंदियां ने। जिवें आपां वेखिया पिछले समय च जिहड़ा अंदोलन पंजाब तो शुरू होया, अज उहदी अगवाई पंजाब नहीं कर रहा। वो मसले खड़े किए गए जिहदे विच पंजाबी लीडरशिप नूं बदनाम करके किसी दूजिਆਂ ਦੇ हत्थ बागडोर फड़ा दित्ती जावे, क्योंकि पंजाबियां तो भै भीत ने। और ऐसे समय दे विच फूक फूक के पैर धरन की लोड़ है। और मैं समझदा कि पंजाब हुण इस अवस्था विच नहीं कि अपनी नौजवानी का किसी प्रकार का भी कोई नुकसान हुंदा वेख सके। पंजाब ने पहले ही बड़ा योगदान दिता है। 25-25 हज़ार लाशां नूं इकट्ठियां फूकदियां पंजाब ने वेखिया। अणपछातियां लाशां, झूठे पुलिस मुकाबले, सब कुछ देखिया होया पंजाब ने। ते नौजवानी नूं भी मैं बेनती के रूप में गल करनी चाहुंदा कि यह संघर्ष जिहड़ा है ना, इहदी रूपरेखा होर है। इस संघर्ष विच आपां सहयोगी होकर एक दूजे दे जित प्राप्त कर सकते हैं। ते जिस दिन जित प्राप्त हो गई, मैं समझदा जिस दिन ये संघर्ष कामयाब हो गया, समझ लो दिल्ली फतेह हो गई। उस दिन
ਇਹ ਜਦੋਂ ਜਿੱਤ ਦੇ ਜਕਾਰੇ ਗੱਜਣੇ ਆ ਉੱਥੇ, ਤੇ ਮੋਦੀ ਨੂੰ ਸਾਰੀ ਦੁਨੀਆ ਵਿੱਚ ਮੂੰਹ ਦਿਖਾਲਣ ਲਈ ਥਾਂ ਨਹੀਂ ਲੱਭਣੀ। ਤੋਏ ਤੋਏ ਹੁਣ ਵੀ ਸਾਰੀ ਦੁਨੀਆ ਵਿੱਚ ਹੋਈ ਹੋਈ ਹੈ, ਪਰੰਤੂ ਸੰਘਰਸ਼ ਨੂੰ ਜਾਬਤੇ ਨਾਲ ਜਿੱਤਿਆ ਜਾ ਸਕਦਾ ਹੈ। ਆਪਣੀ ਜਵਾਨੀ ਦੇ ਝਰੀਟ ਵੀ ਨਹੀਂ ਆਉਣ ਦੇਣੀ ਚਾਹੀਦੀ। ਇੰਨੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਜਵਾਨੀ, ਕਿਉਂਕਿ ਦੁਸ਼ਮਣ ਸ਼ਿਕਾਰੀ ਬਣ ਚੁੱਕਾ ਹੈ। ਦੁਸ਼ਮਣ ਨੇ ਦੇਖ ਲਿਆ ਵੀ ਮੈਂ ਦਲੀਲ ਨਾਲ ਨਹੀਂ ਜਿੱਤ ਸਕਦਾ, ਉਹਦੇ ਕੋਲ ਕੋਈ ਗੱਲ ਨਹੀਂ। ਉਹ ਸਾਨੂੰ ਭੈ ਭੀਤ ਕਰਕੇ ਕਮਜ਼ੋਰ ਕਰਨਾ ਚਾਹੁੰਦਾ ਹੈ। ਸਾਡੀ ਜਵਾਨੀ ਨੂੰ ਜੇਲ੍ਹਾਂ ਵਿੱਚ ਡੱਕ ਕੇ, ਸਾਡੇ ਬੱਚਿਆਂ ਨੂੰ, ਪੱਤਰਕਾਰਾਂ ਨੂੰ ਡਰਾ ਕੇ, ਧਮਕਾ ਕੇ, ਆ ਇੱਕ ਬੀਬੀ ਆ ਵਿਚਾਰੀ, ਇਹਦੇ ਨਾਲ ਇਹਦੀ ਬੇਪਤੀ ਕੀਤੀ ਗਈ। ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਨਹੀਂ ਬੱਚਿਆਂ ਨੇ ਦੇਖਿਆ, ਸਾਨੂੰ ਤਾਂ ਉਹ ਵਕਤ ਯਾਦ ਆ ਜਾਂਦੇ ਨੇ ਜਦੋਂ ਪੁੱਤਰ ਭਗੌੜਾ ਹੋ ਗਿਆ ਤੇ ਮਾਂ ਨੂੰ ਚੁੱਕ ਕੇ ਲੈ ਜਾਂਦੇ, ਕਦੀ ਭੈਣ ਨੂੰ ਚੁੱਕ ਕੇ ਲੈ ਜਾਂਦੇ, ਫਿਰ ਨਿਰਵਸਤਰ ਕਰਕੇ ਘੁਮਾਈਆਂ ਜਾਂਦੀਆਂ। ਇਹ ਸਿਰਫ ਭੈ ਭੀਤ ਕਰਨ ਦੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਕਿ ਕੋਈ ਡਰ ਜਾਏ, ਸਹਿਮ ਜਾਏ, ਸਹਿਮ ਕੇ ਆਪਣੇ ਜਿਹੜੇ ਸੰਘਰਸ਼ ਨੂੰ ਤਿਲਾਂਜਲੀ ਦੇ ਜਾਏ। ਕਮਜ਼ੋਰ ਬੰਦੇ ਛੱਡ ਵੀ ਜਾਂਦੇ ਨੇ, ਪਰੰਤੂ ਪੰਜਾਬ ਦੀ ਇਹ ਫਿਤਰਤ ਰਹੀ ਹੈ, ਜਦ ਤੱਕ ਮੰਜ਼ਿਲ ਨਹੀਂ ਮਿਲਦੀ ਇਹ ਸੰਘਰਸ਼ੀਲ ਲੋਕ ਸੰਘਰਸ਼ ਕਰਦੇ ਰਹਿੰਦੇ। ਮੇਰੀ ਇਹ ਅਰਦਾਸ ਹੈ, ਸੱਚੇ ਪਾਤਸ਼ਾਹ ਕਿਰਪਾ ਕਰੇ, ਸੰਘਰਸ਼ ਕਾਮਯਾਬ ਹੋਵੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਤੱਤੀ ਵਾਹ ਨਾ ਲੱਗੇ। ਇਹ ਸੰਘਰਸ਼ ਵਿੱਚ ਹਮੇਸ਼ਾ ਹੀ ਜਿਵੇਂ ਪਹਿਲਾਂ ਯੋਗਦਾਨ ਪਾਉਂਦੇ ਰਹੇ ਨੇ। ਨੌਜਵਾਨਾਂ ਤੋਂ ਬਿਨਾਂ ਕੋਈ ਸੰਘਰਸ਼ ਨਹੀਂ ਲੜਿਆ ਜਾ ਸਕਦਾ। ਇਹ ਇਹੀ ਨੌਜਵਾਨ ਨੇ ਜਿਨ੍ਹਾਂ ਦੇ ਉੱਤੇ ਮਾਣ ਕਰਨਾ ਚਾਹੀਦਾ ਹੈ। ਇਹ ਰੇਲਾਂ ਤੋਂ ਉੱਠ ਕੇ ਜਦੋਂ ਦਿੱਲੀ ਨੂੰ ਤੁਰੇ ਸਨ, ਜੇ ਨੌਜਵਾਨ ਨਾ ਹੁੰਦੇ ਤੇ ਸ਼ੰਭੂ ਨਹੀਂ ਸੀ ਕਿਸੇ ਨੇ ਟੱਪਣ ਦੇਣਾ। ਇਹ ਇਹਨਾਂ ਨੌਜਵਾਨਾਂ ਦੀ ਹੀ ਕਿਰਪਾ ਸੀ। ਸ਼ੰਭੂ ਦੇ ਬਾਰਡਰ ਤੋੜ ਦੇਣੇ, ਫਿਰ ਅੱਗੇ ਰੋਕਾਂ ਤੋੜ ਕੇ ਮੋਦੀ ਦੇ ਦਰਾਂ ਵਿੱਚ ਬਹਿ ਕੇ ਜਾ ਕੇ ਮੋਦੀ ਨੂੰ ਮੁਰਦਾਬਾਦ ਕਹਿਣ ਦੀ ਹਿੰਮਤ ਇਹਨਾਂ ਨੌਜਵਾਨਾਂ ਨੇ ਪੈਦਾ ਕੀਤੀ ਹੈ। ਔਰ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੌਜਵਾਨੀ ਤੇ ਹਮੇਸ਼ਾ ਮਿਹਰਬਾਨ ਰਹੇ। ਇੱਕ ਜ਼ਰੂਰ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਮਾਂ ਤਬਦੀਲੀ ਦਾ ਚੱਲ ਰਿਹਾ ਹੈ। ਪੰਜਾਬ ਦਾ ਰਾਜਨੀਤਿਕ ਢਾਂਚਾ ਬਿਲਕੁਲ ਖਤਮ ਹੈ। ਹਿੰਦੁਸਤਾਨ ਦਾ ਰਾਜਨੀਤਿਕ ਜਿਹੜਾ ਢਾਂਚਾ ਹੈ ਉਹ ਕੁਝ ਲੋਕਾਂ ਤੱਕ ਸੀਮਤ ਹੋ ਕੇ ਰਹਿ ਗਿਆ, ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਰਾਜਨੀਤੀ ਨੇ ਕਰਨੇ। ਔਰ ਰਾਜਨੀਤੀ ਦੇ ਵਿੱਚ ਹਿੱਸਾ ਲੈ ਕੇ ਇਹਨਾਂ ਕੋਲੋਂ ਗੱਦੀਆਂ ਖੋਹ ਕੇ ਜਦੋਂ ਆਪਣੇ ਬੈਠਣਗੇ, ਫਿਰ ਇਹ ਸਾਰੇ ਫੈਸਲੇ ਸਹੀ ਹੋ ਸਕਦੇ ਨੇ। ਨਹੀਂ ਤੇ ਤਾਕਤਵਰ ਲੋਕ ਰਾਜ ਗੱਦੀਆਂ ਤੇ ਬੈਠ ਕੇ ਆਪਣੀ ਪਗਾਉਂਦੇ ਪਗਾਉਂਦੇ ਪ੍ਰਜਾ ਨੂੰ ਕੀੜੇ ਮਕੌੜੇ ਸਮਝਣ ਲੱਗ ਪੈਂਦੇ। ਔਰ ਇਹ ਸਮਾਂ ਹੁਣ ਬਣ ਗਿਆ, ਨਵੀਂ ਲੀਡਰਸ਼ਿਪ ਡਿਵੈਲਪ ਹੋ ਰਹੀ ਹੈ। ਨਵੀਂ ਲੀਡਰਸ਼ਿਪ ਨੇ ਆਉਣ ਵਾਲੇ ਸਮੇਂ ਵਿੱਚ ਇੱਥੇ ਦੇ ਪੰਜਾਬ ਦੀ ਜਿਹੜੀ ਵਾਗਡੋਰ ਹੈ ਸੰਭਾਲਣੀ ਵੀ ਹੈ, ਮੁਲਕ ਨੂੰ ਵੀ ਕਿਸੇ ਸਿੱਧੇ ਰਾਹ ਤੋਰਨਾ ਹੈ। ਜੋ ਕੁਝ ਵਾਪਰ ਰਿਹਾ ਪੰਜਾਬ ਨਾਲ, ਜੋ ਪੰਜਾਬੀਆਂ ਨਾਲ ਵਾਪਰ ਰਿਹਾ, ਜੋ ਪੰਥ ਨਾਲ ਵਾਪਰ ਰਿਹਾ, ਉਹ ਸਭ ਕੁਝ ਇਹਨਾਂ ਦੇ ਧਿਆਨ ਵਿੱਚ ਹੈ। ਤੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਰੂਪਰੇਖਾ ਬਣਾ ਕੇ ਇੱਕ ਅੰਦੋਲਨ ਜਦੋਂ ਹੋਰ ਆਰੰਭ ਹੋਣਾ ਹੈ ਨਾ, ਜਦੋਂ ਆਪਣੇ ਵਕਾਰ ਦਾ ਅੰਦੋਲਨ ਆਰੰਭ ਹੋਣਾ, ਅਜੇ ਤੇ ਕੁੱਲੀ ਗੁੱਲੀ ਜੁੱਲੀ ਦੀ ਲੜਾਈ ਹੈ, ਇਸ ਤੋਂ ਬਾਅਦ ਆਪਣੇ ਵਕਾਰ ਦੀ ਲੜਾਈ ਵੀ ਆਰੰਭ ਹੋਣੀ ਹੈ, ਇਹਦੇ ਵਿੱਚੋਂ ਨਿਕਲਣੀ ਹੈ। ਉਸ ਵਕਾਰ ਦੀ ਲੜਾਈ ਵਿੱਚ ਫਿਰ ਕਿਵੇਂ ਸਿੰਘਾਸਣ ਖੋਏ ਜਾਣੇ ਨੇ, ਕਿਵੇਂ ਸਿੰਘਾਸਣਾਂ ਦੇ ਉੱਤੇ ਪੰਜਾਬ ਪ੍ਰਸਤ ਤੇ ਪੰਥ ਪ੍ਰਸਤ ਬੈਠਣੇ ਨੇ, ਉਹ ਗੱਲਾਂ ਬਾਦੀਆਂ ਨੇ। ਔਰ ਉਹਦੇ ਲਈ ਜਦੋਂ ਇਹ ਤਬਦੀਲੀਆਂ ਹੁੰਦੀਆਂ ਨੇ ਤੇ ਫਿਰ ਹਾਲਾਤ ਕਈ ਵਾਰੀ ਦੇਖਣ ਵਾਲਿਆਂ ਨੂੰ ਲੱਗਦੇ ਨੇ ਜੀ ਪਤਾ ਨਹੀਂ ਕਿਉਂ ਆਪਸ ਵਿੱਚ ਹੀ ਇਦਾਂ ਹੋਈ ਜਾਂਦਾ, ਉੱਦਾਂ ਹੋਈ ਜਾਂਦਾ। ਇਹ ਕੁਛ ਐਸੀ ਗੱਲਾਂ ਨਹੀਂ ਹੈ, ਬੜੀਆਂ ਛੋਟੀਆਂ ਗੱਲਾਂ ਨੇ। ਘਰਾਂ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੈ। ਬੱਚੇ ਆਪਣੇ ਮੁਤਾਬਕ ਸੋਚਦੇ ਨੇ, ਵੱਡੇ ਆਪਣੇ ਮੁਤਾਬਕ ਸੋਚਦੇ ਨੇ। ਔਰ ਇੱਕ ਇਹ ਸਾਡੇ ਵਿੱਚ ਜ਼ਰੂਰ ਇਹ ਹੁੰਦਾ ਵੀ ਅਸੀਂ ਇਹ ਜ਼ਰੂਰ ਸੋਚਦੇ ਹਾਂ ਕਿ ਕੋਈ ਗੱਲ ਵੀ ਐਸੀ ਨਾ ਹੋਵੇ ਜਿਹੜੀ ਮੇਰੀ ਸੋਚ ਦੇ ਉਲਟ ਹੋਵੇ। ਜਦੋਂ ਆਪਣੀ ਸੋਚ ਭਾਰੂ ਕਰਦੇ ਹਾਂ ਫਿਰ ਤਕਰਾਰ ਵੀ ਹੁੰਦੇ ਨੇ। ਮਾਲਕ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜੋਦੜੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰੇ ਇਸੇ ਤਰ੍ਹਾਂ ਪੰਜਾਬ ਘੁੱਗ ਵਸਦਾ ਰਹੇ। ਗੁਰੂ ਦੀ ਕਿਰਪਾ ਦੁਆਰਾ ਸੰਘਰਸ਼ ਵਿੱਚ ਕਾਮਯਾਬੀ ਵੀ ਪ੍ਰਾਪਤ ਹੋਵੇ ਔਰ ਪੰਜਾਬ ਦੇ ਨੌਜਵਾਨੀ ਦਾ ਘੱਟ ਤੋਂ ਘੱਟ ਜਿੰਨਾ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਦੇ ਉੱਤੇ ਕਿਸੇ ਪ੍ਰਕਾਰ ਦਾ ਵੀ ਕੋਈ ਸੰਕਟ ਨਾ ਆਵੇ। ਆ ਸਰਦਾਰ ਹਰਦੀਪ ਸਿੰਘ ਜੀ ਡਿਬਡਵਾ ਮੇਰੇ ਬਹੁਤ ਪੁਰਾਣੇ, ਬਹੁਤ ਪਿਆਰ ਵਾਲੇ ਸੱਜਣ ਹਨ। ਇਹਨਾਂ ਦੇ ਪੋਤਰੇ ਦੀ ਇਸ ਸੰਘਰਸ਼ ਵਿੱਚ ਉਹਨਾਂ ਦੀ ਸ਼ਹਾਦਤ ਹੋਈ। 200 ਦੇ ਕਰੀਬ ਹੋਰ ਸ਼ਹਾਦਤਾਂ ਹੋਈਆਂ ਨੇ। ਸਰਦਾਰ ਹਰਦੀਪ ਸਿੰਘ ਪੰਥਕ ਸੋਚ ਰੱਖਣ ਵਾਲੇ ਬਹੁਤ ਵਧੀਆ ਗੁਰਸਿੱਖ ਹਨ। ਭਾਈ ਰਣਜੀਤ ਸਿੰਘ ਹੋਰਾਂ ਨਾਲ ਅਸੀਂ ਮਿਲਦੇ ਰਹੇ ਤੇ ਇਹਨਾਂ ਦੇ ਪਰਿਵਾਰ ਦਾ ਪੰਥ ਲਈ ਬਹੁਤ ਵੱਡਾ ਯੋਗਦਾਨ ਵੀ। ਹਰ ਪੰਥਕ ਸੰਘਰਸ਼ ਵਿੱਚ ਅੱਗੇ ਹੋ ਕੇ ਤੁਰਨਾ ਇਹਨਾਂ ਦਾ ਸੁਭਾਅ ਹੈ ਔਰ ਪੰਥ ਦੀ ਚੜ੍ਹਦੀ ਕਲਾ ਲਈ ਜੂਝਣਾ ਇਹਨਾਂ ਦੀ ਫਿਤਰਤ ਹੈ। ਉਹਨਾਂ ਦੇ ਪਰਿਵਾਰ ਦਾ ਜੀ ਵੀ
ਕਾਕਾ ਨਵਰੀਤ ਸਿੰਘ ਵਿਛੋੜਾ ਦੇ ਗਿਆ। ਇਨਸਾਫ ਕਿਤੇ ਨਹੀਂ ਮਿਲਦਾ। ਇਨਸਾਫ ਦੇ ਲਈ ਸਰਕਾਰ ਤੋਂ ਮੰਗਾਂ ਕਰਦੇ ਰਹੇ, ਕਿਸੇ ਨੇ ਕੁਝ ਨਾ ਦਿੱਤਾ, ਪਰੰਤੂ ਹਾਈ ਕੋਰਟ ਨੇ ਦਖਲ ਦੇ ਕੇ ਹੁਣ ਹਦਾਇਤ ਕੀਤੀ ਹੈ ਕਾਕਾ ਜੀ ਦੇ ਜਿਹੜੇ ਜੋ ਕੁਝ ਵਾਪਰਿਆ ਉਹਦੇ ਸੰਬੰਧੀ। ਨਹੀਂ ਤੇ ਕਿਤੇ ਇਨਸਾਫ ਨਹੀਂ ਹੈ। ਇਸ ਵੇਲੇ ਅਸੀਂ ਧੁੰਦੂਘਾਰੇ ਦੀ ਅਵਸਥਾ ਵਿੱਚ ਵਿਚਰ ਰਹੇ ਹਾਂ। ਲੋਕਾਂ ਨੂੰ ਜੇ ਪੁਲਿਸ ਇਨਸਾਫ ਨਾ ਦੇਵੇ, ਸਰਕਾਰ ਇਨਸਾਫ ਨਾ ਦੇਵੇ ਤਾਂ ਕੋਰਟਾਂ ਇਨਸਾਫ ਦਿੰਦੀਆਂ ਨੇ, ਪਰੰਤੂ ਹਿੰਦੁਸਤਾਨ ਦੀਆਂ ਅਦਾਲਤਾਂ ਵੀ ਮੋਦੀ ਤੇ ਅਮਿਤ ਸ਼ਾਹ ਦਾ ਮੂੰਹ ਦੇਖ ਕੇ ਫੈਸਲੇ ਕਰਦੀਆਂ ਨੇ। ਇਸ ਲਈ ਬਹੁਤ ਸੰਕਟਮਈ ਸਮਾਂ, ਬਚ ਕੇ ਤੁਰਨ ਦੀ ਲੋੜ ਹੈ। ਮਹਾਰਾਜ ਸੱਚੇ ਪਾਤਸ਼ਾਹ ਸਭ ਤੇ ਮਿਹਰਬਾਨ ਰਹਿਣ ਔਰ ਪੰਜਾਬ ਦੇ ਉੱਤੇ ਹਮੇਸ਼ਾ ਹੀ ਆਪਣਾ ਕਿਰਪਾ ਭਰਿਆ ਹੱਥ ਰੱਖਣ ਤੇ ਪੰਜਾਬ ਦੀ ਜਵਾਨੀ ਵੀ ਬਚੇ, ਪੰਜਾਬ ਦੀ ਕਿਸਾਨੀ ਵੀ ਬਚੇ। ਇਸ ਅਰਦਾਸ ਨਾਲ ਹੋਈ ਭੁੱਲ ਚੁੱਕ ਦੀ ਖਿਮਾ ਮੰਗਦਾ ਔਰ ਵੀਰ ਮਨਤੀਰ ਸਿੰਘ ਹੋਰਾਂ ਦਾ ਤੇ ਉਹਨਾਂ ਦੇ ਸਾਥੀਆਂ ਦਾ ਦਿਲੋਂ ਧੰਨਵਾਦੀ ਹਾਂ, ਦਿਲੋਂ ਰਿਣੀ ਹਾਂ ਕਿ ਉਹਨਾਂ ਨੇ ਆਪਣਾ ਪੰਥਕ ਫਰਜ਼ ਸਮਝਦਿਆਂ ਹੋਇਆਂ ਅੱਜ ਦਾ ਗੁਰਮਤਿ ਸਮਾਗਮ ਆਯੋਜਿਤ ਕੀਤਾ। ਸੰਘਰਸ਼ ਦੌਰਾਨ ਵਿਛੜ ਗਈਆਂ ਰੂਹਾਂ ਨੂੰ ਸਤਿਕਾਰ ਵੀ ਭੇਟ ਕੀਤਾ ਜਾ ਰਿਹਾ ਹੈ ਔਰ ਜਿਹੜੇ ਨਜ਼ਰਬੰਦ ਨੇ, ਜੇਲ੍ਹਾਂ ਵਿੱਚ ਨੇ ਜਾਂ ਲਾਪਤਾ ਹਨ, ਉਹਨਾਂ ਲਈ ਵੀ ਹਾਂ ਦਾ ਨਾਅਰਾ ਮਾਰਿਆ ਜਾ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਇਸੇ ਤਰ੍ਹਾਂ ਉਤਸ਼ਾਹ ਬਖਸ਼ਦੇ ਰਹਿਣ। ਹੋਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। you